दोस्तों ਅੱਜ ਗੱਲ ਕਰਨ ਜਾ ਰਹੇ ਹਾਂ BBA ਐਂਡ MBA ਵਾਲੇ ਸਟੂਡੈਂਟਾਂ ਵਾਸਤੇ। ਅਗਰ ਕੈਨੇਡਾ ਸਟੱਡੀ ਵੀਜ਼ੇ ਲਈ ਜਾਣਾ ਕੀ ਬੈਸਟ ਆਪਸ਼ਨ ਉਹਨਾਂ ਲਈ ਹੋ ਸਕਦੀ ਹੈ ਐਂਡ ਕੀ ਬੈਨੀਫਿਟ ਹਨ ਉਹ ਆਪਸ਼ਨ ਨੂੰ ਚੂਜ਼ ਕਰਨ ਦੇ। ਦੋਸਤੋ ਅਗਰ ਤੁਹਾਡਾ ਬਿਜ਼ਨਸ ਦਾ ਬੈਕਗ੍ਰਾਉਂਡ ਹੈ, ਬੈਚਲਰ ਜਾਂ ਮਾਸਟਰ ਤੁਸੀਂ ਬਿਜ਼ਨਸ ਦੇ ਵਿੱਚ ਕੀਤੀ ਹੈ, ਆਇਲਸ ਦਾ ਤੁਹਾਡਾ ਸਕੋਰ 6 ਈਚ ਓਵਰਆਲ 6.5 ਹੈ, ਦੈਨ ਮੈਨੀਟੋਬਾ ਪ੍ਰੋਵਿੰਸ ਤੁਹਾਡੇ ਲਈ ਬੈਸਟ ਆਪਸ਼ਨ ਹੈ। ਵਿਨੀਪੈਗ ਦੇ ਵਿੱਚ ਯੂਨੀਵਰਸਿਟੀ ਆਫ ਮੈਨੀਟੋਬਾ, ਰੈੱਡ ਰਿਵਰ ਕਾਲਜ, ਅਸਿਨੀਬਰਨ ਕਮਿਊਨਿਟੀ ਕਾਲਜ ਦਾ ਇੱਕ ਰੋਬਰਟਸਨ ਕੈਂਪਸ ਹੈ ਜੋ ਮੇਨ ਵਿਨੀਪੈਗ ਵਿੱਚ ਹੈ, ਐਂਡ ਯੂਨੀਵਰਸਿਟੀ ਆਫ ਵਿਨੀਪੈਗ। ਇਹ ਚਾਰ ਆਪਸ਼ਨ ਤੁਹਾਡੇ ਲਈ ਬੈਸਟ ਹਨ। ਯੂਨੀਵਰਸਿਟੀ ਆਫ ਮੈਨੀਟੋਬਾ ਬਾਰੇ ਅਗਰ ਗੱਲ ਕਰੀਏ, ਯੂਨੀਵਰਸਿਟੀ ਮੈਨੀਟੋਬਾ ਦੇ ਵਿੱਚ HRM ਹਿਊਮਨ ਰਿਸੋਰਸ ਮੈਨੇਜਮੈਂਟ ਐਂਡ ABM ਅਪਲਾਈਡ ਬਿਜ਼ਨਸ ਮੈਨੇਜਮੈਂਟ ਨਾਂ ਦੇ ਦੋ ਪੋਸਟ ਗ੍ਰੈਜੂਏਟ ਡਿਪਲੋਮੇ ਹਨ ਜੋ ਕਿਸੇ ਵੀ ਫੀਲਡ ਵਿੱਚ ਤੁਸੀਂ ਬੈਚਲਰ ਕੀਤੀ ਹੈ 6.5 ਬੈਂਡ ਹਨ, ਤੁਸੀਂ ਉਸ ਵਿੱਚ ਐਲੀਜੀਬਲ ਹਨ। ਹੁਣ ਯੂਨੀਵਰਸਿਟੀ ਆਫ ਮੈਨੀਟੋਬਾ ਦਾ ਕੀ ਬੈਨੀਫਿਟ ਹੈ? ਯੂਨੀਵਰਸਿਟੀ ਆਫ ਮੈਨੀਟੋਬਾ ਕਿਉਂਕਿ 1 ਈਅਰ ਕੋਰਸ ਹੈ, 8 ਮੰਥ ਦੀ ਸਟੱਡੀ ਹੈ ਐਂਡ ਉਸ ਤੋਂ ਬਾਅਦ 2 ਔਰ 3 ਮੰਥ ਦੀ ਕੋਅਪ ਹੈ। ਅਗਰ ਤੁਸੀਂ ਇੰਨੇ ਟਾਈਮ ਦੀ ਸਟੱਡੀ ਕਰਦੇ ਹੋ ਦੈਨ ਮੋਸਟਲੀ ਤੁਹਾਨੂੰ ਜਿਹੜਾ ਵਰਕ ਪਰਮਿਟ ਕਾਫੀ ਬੱਚਿਆਂ ਨੂੰ 3 ਈਅਰ ਦਾ ਹੀ ਮਿਲਿਆ ਕਿਉਂਕਿ ਤੁਹਾਡੇ ਸਟੱਡੀ ਆਵਰਸ ਪੂਰੇ ਹੋ ਜਾਂਦੇ ਹਨ। ਸੋ ਦੂਸਰਾ 1 ਸਾਲ ਦੀ ਸਟੱਡੀ ਕੀਤੀ ਹੈ, $15,000 ਤੁਸੀਂ ਫੀਸ ਪੇ ਕੀਤੀ ਹੈ, 15,000 ਫੀਸ ਪੇ ਕਰਨ ਤੋਂ ਬਾਅਦ ਇੱਕ ਤਾਂ ਤੁਹਾਨੂੰ ਵਰਕ ਪਰਮਿਟ 3 ਸਾਲ ਦਾ ਮਿਲ ਗਿਆ ਐਂਡ ਦੂਸਰਾ ਜਿਹੜਾ ਹੈਗਾ ਮੈਨੀਟੋਬਾ ਪ੍ਰੋਵਿੰਸ ਵਿੱਚ PR ਈਜ਼ੀ ਹੈ। ਉਹ ਉਸ ਬਾਰੇ ਬਾਅਦ ਚ ਗੱਲ ਕਰਾਂਗੇ ਕੀ ਬੈਨੀਫਿਟ ਹੁੰਦਾ ਹੈ। ਸੈਕੰਡ ਰੈੱਡ ਰਿਵਰ ਕਾਲਜ ਬਾਰੇ ਗੱਲ ਕਰੀਏ, ਰੈੱਡ ਰਿਵਰ ਕਾਲਜ ਵਿੱਚ ਵੀ ਇੰਟਰਨੈਸ਼ਨਲ ਬਿਜ਼ਨਸ ਦਾ ਜਿਹੜਾ ਪੋਸਟ ਗ੍ਰੈਜੂਏਟ ਡਿਪਲੋਮਾ ਹੈ ਤੁਸੀਂ ਉਸ ਵਿੱਚ ਜਾ ਸਕਦੇ ਹੋ। ਅਸਿਨੀਬਰਨ ਕਮਿਊਨਿਟੀ ਕਾਲਜ ਦਾ ਜੋ ਰੋਬਰਟਸਨ ਕੈਂਪਸ ਹੈ ਉਸ ਬਾਰੇ ਗੱਲ ਕਰੀਏ, ਉਸ ਵਿੱਚ ਵੀ ਬਿਜ਼ਨਸ ਦੇ ਕੋਰਸ ਹਨ, HRM ਵੀ ਹੈ, ਹਿਊਮਨ ਰਿਸੋਰਸ ਮੈਨੇਜਮੈਂਟ। ਇਸ ਦਾ ਕੀ ਬੈਨੀਫਿਟ ਹੈ? 8 ਮੰਥ ਦੀ ਸਟੱਡੀ ਹੈ ਐਂਡ ਲਾਸਟ 4 ਮੰਥ ਦੀ ਕੋਅਪ ਹੈ ਐਂਡ ਕੋਅਪ ਪੇਡ ਹੁੰਦੀ ਹੈ, ਕਾਲਜ ਦੁਆਰਾ ਲਗਵਾਈ ਜਾਂਦੀ ਹੈ ਐਂਡ ਉਸ 'ਤੇ ਜੋ ਸੈਲਰੀ ਵਗੈਰਾ ਵੀ ਬੱਚੇ ਨੂੰ ਅੱਛੀ ਮਿਲਦੀ ਹੈ। ਥਰਡ ਜੋ ਹੈ ਪ੍ਰੋਜੈਕਟ ਮੈਨੇਜਮੈਂਟ ਹੈ ਯੂਨੀਵਰਸਿਟੀ ਆਫ ਵਿਨੀਪੈਗ ਦੇ ਵਿੱਚ। ਸੋ ਮੈਨੀਟੋਬਾ 'ਚ ਸਟੱਡੀ ਕਰਨ ਦਾ ਕੀ ਬੈਨੀਫਿਟ ਹੈ? ਮੈਨੀਟੋਬਾ 'ਚ ਸਟੱਡੀ ਕਰਨ ਦਾ ਬੈਨੀਫਿਟ ਹੈ MPNP ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ, ਜੋ ਕਿ ਇੱਕ PNP ਪ੍ਰੋਗਰਾਮ ਹੈ ਮੈਨੀਟੋਬਾ ਪ੍ਰੋਵਿੰਸ ਦਾ। ਇਸ ਵਿੱਚ PR ਬਹੁਤ ਈਜ਼ੀ ਰਹਿੰਦੀ ਹੈ। ਫੋਰ ਐਗਜ਼ਾਮਪਲ 1 ਈਅਰ ਦੀ ਸਟੱਡੀ ਤੁਸੀਂ ਮੈਨੀਟੋਬਾ ਪ੍ਰੋਵਿੰਸ ਵਿੱਚ ਕੰਪਲੀਟ ਕਰ ਲਈ ਹੈ ਤਾਂ ਤੁਹਾਨੂੰ ਸੈਕੰਡ ਈਅਰ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ, 1 ਸਾਲ ਦੀ ਸਟੱਡੀ ਕਰਕੇ ਤੁਸੀਂ ਈਜ਼ੀਲੀ PR ਪਾ ਸਕਦੇ ਹੋ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ ਅਗਰ ਆਪਾਂ ਗੱਲ ਕਰੀਏ 1 ਸਾਲ ਦੀ ਸਟੱਡੀ ਹੋ ਗਈ, ਤੁਹਾਡੀ ਏਜ, ਐਜੂਕੇਸ਼ਨ, ਆਇਲਸ ਐਕਸਪੀਰੀਅੰਸ ਦੇ ਤੁਹਾਨੂੰ ਪੁਆਇੰਟ ਮਿਲਦੇ ਹਨ। ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਤੇ ਆ ਗਏ। ਅਗਰ ਤਾਂ ਤੁਹਾਡੇ ਕੋਲ ਆਪਣੀ ਫੀਲਡ ਦੀ ਜੌਬ ਹੈ, ਬਿਜ਼ਨਸ ਦੀ ਜੌਬ ਹੈ, ਕੋਈ ਸੁਪਰਵਾਈਜ਼ਰ ਮੈਨੇਜਰ ਦੀ ਜੌਬ ਹੈ ਐਂਡ ਤੁਹਾਡਾ ਇੰਪਲੋਇਰ ਨਾਲ ਤੁਹਾਡਾ 1 ਸਾਲ ਦਾ ਐਗਰੀਮੈਂਟ ਹੋਇਆ, ਸਟੱਡੀ ਕੰਪਲੀਟ ਕੀਤੀ, ਸਟੱਡੀ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਮੈਨੇਜਰ ਸੁਪਰਵਾਈਜ਼ਰ ਦੀ ਜੌਬ ਮਿਲ ਗਈ ਐਂਡ ਇੰਪਲੋਇਰ ਨਾਲ 1 ਸਾਲ ਦਾ ਐਗਰੀਮੈਂਟ ਹੋ ਗਿਆ ਵੀ ਮੈਂ 1 ਸਾਲ ਇਸ ਬੱਚੇ ਨੂੰ ਜੌਬ ਤੇ ਰੱਖੂੰਗਾ। ਤੁਹਾਡੇ 6 ਈਚ ਓਵਰਆਲ 6 ਬੈਂਡ ਹਨ, ਤੁਸੀਂ ਵਿਦਆਊਟ ਐਨੀ ਵਰਕ ਐਕਸਪੀਰੀਅੰਸ PR ਪਾ ਸਕਦੇ ਹੋ। ਮਤਲਬ 10 ਜਾਂ 12 ਮਹੀਨੇ 'ਚ ਸਟੱਡੀ ਕੀਤੀ, 2 ਮਹੀਨੇ ਆਪਾਂ ਪ੍ਰੋਸੈਸ ਦਾ ਲਾ ਕੇ ਚੱਲੀਏ, 14 ਮਹੀਨਿਆਂ ਬਾਅਦ ਤੁਸੀਂ PR ਲਈ ਐਲੀਜੀਬਲ ਹੋ। ਦੂਸਰੀ ਆਪਸ਼ਨ ਹੈ 6 ਮੰਥ ਵਰਕ ਐਕਸਪੀਰੀਅੰਸ। ਤੁਸੀਂ ਮੈਨੀਟੋਬਾ ਪ੍ਰੋਵਿੰਸ ਦੇ ਵਿੱਚ ਸਟੱਡੀ ਕੰਪਲੀਟ ਕੀਤੀ, 1 ਈਅਰ ਸਟੱਡੀ ਕੀਤੀ, ਤੁਸੀਂ PNP ਲਈ ਐਲੀਜੀਬਲ ਹੋ ਗਏ। ਉਸ ਤੋਂ ਬਾਅਦ ਤੁਸੀਂ 6 ਮੰਥ ਕਿਸੇ ਵੀ ਫੀਲਡ ਵਿੱਚ ਜੌਬ ਕਰਨੀ ਹੈ ਉਸ ਸਪੈਸੀਫਿਕ ਪ੍ਰੋਵਿੰਸ ਦੇ ਵਿੱਚ। 6 ਮੰਥ ਜੌਬ ਕਰਨ ਤੋਂ ਬਾਅਦ ਵੀ ਤੁਸੀਂ PR ਲਈ ਐਲੀਜੀਬਲ ਹੋ। ਇਸ ਦੇ ਲਈ ਬੈਂਡ ਰਿਕੁਆਇਰਮੈਂਟ ਦੀ ਜੋ ਰਿਕੁਆਇਰਡ ਹੈ ਉਹ CLB 5 ਹੈ, ਰੀਡਿੰਗ 4.5, ਬਾਕੀ 3 ਮੋਡਿਊਲਾਂ ਚੋਂ 5। ਚਲੋ ਬੱਚੇ ਦੀ ਐਜੂਕੇਸ਼ਨ ਦੇ ਅਕੋਰਡਿੰਗ ਉਸ ਦਾ ਬੈਂਡ ਵੀ ਅੱਛਾ ਹੋਣਾ ਚਾਹੀਦਾ ਤਾਂ ਜ਼ਿਆਦਾ ਬੈਟਰ ਹੈ। ਅਗਰ ਬੈਚਲਰ ਕੀਤੀ ਹੈ 6, 6.5 ਬੈਂਡ ਹੋਣ ਤਾਂ ਬੈਟਰ ਹੈ। ਬਟ ਸਟੱਡੀ ਕੰਪਲੀਟ ਆ, ਉਸ ਤੋਂ ਬਾਅਦ ਵਰਕ ਪਰਮਿਟ ਤੇ ਆ ਗਏ, ਚਾਹੇ ਤੁਹਾਡੇ ਕੋਲ 1 ਸਾਲ ਦਾ ਵਰਕ ਪਰਮਿਟ ਹੈ, 1 ਸਾਲ ਦੇ ਵਰਕ ਪਰਮਿਟ ਦੇ ਵਿੱਚ ਅਗਰ ਤੁਸੀਂ 6 ਮਹੀਨੇ ਕੰਮ ਕਰੋਗੇ ਤੁਸੀਂ PR ਲਈ ਐਲੀਜੀਬਲ ਹੋ, PNP ਲਈ ਐਲੀਜੀਬਲ ਹੋ। PNP ਤੁਹਾਡੀ ਕਲੀਅਰ ਹੁੰਦੀ ਹੈ, ਤੁਹਾਨੂੰ ਉਸ ਪ੍ਰੋਵਿੰਸ ਵਿੱਚ ਰਹਿਣ ਦੀ ਪਰਮਿਸ਼ਨ ਮਿਲ ਜਾਂਦੀ ਹੈ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਇਹ ਪ੍ਰੋਵਿੰਸ ਦੇ ਵਿੱਚ ਸਟੱਡੀ ਤੁਸੀਂ ਬੈਚਲਰ ਜਾਂ ਮਾਸਟਰ ਬਾਅਦ ਜਾ ਰਹੇ ਹੋ, ਤੁਹਾਨੂੰ 2 ਸਾਲ ਸਟੱਡੀ ਦੇ ਉੱਪਰ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ 1 ਸਾਲ ਦੀ ਸਟੱਡੀ ਲਓ, 1 ਸਾਲ ਬਾਅਦ ਆਪਣੀ PR ਪਾਓ, PR ਬਾਅਦ ਦੇਖੋ ਅਗਰ ਤੁਹਾਡਾ ਪੜ੍ਹਨ ਦਾ ਮਨ ਹੈ ਤਾਂ ਆਫਟਰ PR ਤੁਸੀਂ ਆਪਣੀ ਸਟੱਡੀ ਕੰਪਲੀਟ ਕਰੋ। ਸੋ ਬਹੁਤ ਈਜ਼ੀ ਹੈ। ਅਗਰ ਬੱਚਾ ਅਕੋਰਡਿੰਗ ਟੂ ਆਪਣਾ ਸਾਰਾ ਸਿਸਟਮ ਜਾਂ ਜਰਨਲ ਵਗੈਰਾ ਦਾ ਐਗਜ਼ਾਮ ਪਹਿਲਾਂ ਇੱਥੋਂ ਦੇ ਕੇ ਜਾਵੇ ਤਾਂ ਅਪ ਟੂ 2 ਈਅਰ ਦੇ ਵਿੱਚ ਬੱਚਾ PR ਹੋ ਜਾਂਦਾ। ਬਹੁਤ ਥੋੜਾ ਸਮਾਂ ਅਗਰ ਆਪਾਂ ਅੰਟਾਰੀਓ ਜਾਂ ਬ੍ਰਿਟਿਸ਼ ਕੋਲੰਬੀਆ ਦੇ ਕੰਪੈਰੀਜ਼ਨ ਦੇਖੀਏ ਤਾਂ ਉੱਥੇ 6 ਸਾਲ, 7 ਸਾਲ, 5 ਸਾਲ ਨੋਰਮਲ ਲੱਗਦੇ ਹਨ PR ਵਾਸਤੇ ਐਂਡ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸੋ ਉਸ ਦੇ ਮੁਕਾਬਲੇ ਮੈਨੀਟੋਬਾ ਪ੍ਰੋਵਿੰਸ ਦਾ ਜੋ MPNP ਪ੍ਰੋਗਰਾਮ ਹੈ ਬਹੁਤ ਈਜ਼ੀ ਵਰਕ ਕਰਦਾ। ਸੋ ਦੁਬਾਰਾ ਮੈਂ ਅਪੀਲ ਕਰਦਾ, ਦੇਖੋ
ਮੋਸਟਲੀ ਕੀ ਹੁੰਦਾ, ਕੋਈ ਹੋਰ ਪ੍ਰੋਵਿੰਸ ਜਾਂ ਸਿਟੀ ਚੂਜ਼ ਕਰਨ ਦਾ ਰੀਜ਼ਨ ਕੀ ਹੁੰਦਾ, ਸਾਡੇ ਤਾਂ ਜੀ ਗਾਂ ਦੇ ਗਾਂ ਰਿਸ਼ਤੇਦਾਰ ਉੱਥੇ ਰਹਿ ਰਹੇ ਹਨ। ਤੁਹਾਡੇ ਬੰਦੇ ਦੀ ਮਿਹਨਤ ਕੋਈ ਵੀ ਤੁਹਾਡਾ ਰਿਸ਼ਤੇਦਾਰ ਨਹੀਂ ਕਰ ਸਕਦਾ, ਤੁਹਾਨੂੰ ਖੁਦ ਕਰਨੀ ਪੈਣੀ ਹੈ। ਕਿਸੇ ਵੀ ਸਿਟੀ ਕਿਸੇ ਵੀ ਪ੍ਰੋਵਿੰਸ ਜਾਓ, ਪਹਿਲੇ 2 ਮਹੀਨੇ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਪਹਿਲੇ 2 ਮਹੀਨੇ ਦੀ ਤਕਲੀਫ ਹੈ। ਬਟ ਤੁਹਾਡਾ ਫਸਟ ਸਟੈਪ, ਤੁਸੀਂ ਕਿੱਥੇ ਪੜ੍ਹਨ ਜਾਣਾ, ਤੁਹਾਡੇ ਆਉਣ ਵਾਲੇ 4 ਤੋਂ 5 ਸਾਲ ਡਿਸਾਈਡ ਕਰੇਗਾ। ਪਹਿਲੇ ਸਟੈਪ ਨਾਲ ਹੀ ਡਿਸਾਈਡ ਹੋਏਗਾ ਤੁਸੀਂ PR ਕਿਸ ਤਰੀਕੇ ਨਾਲ ਪਾਓਗੇ। ਅਗਰ ਤਾਂ ਇਹੀ ਸਟੈਪ ਤੁਸੀਂ ਅੰਟਾਰੀਓ, ਕਿਊਬੇਕ, ਬ੍ਰਿਟਿਸ਼ ਕੋਲੰਬੀਆ ਜਾਓਗੇ ਤਾਂ ਕਲੀਅਰ ਹੈ ਤੁਹਾਡੀ PR ਐਕਸਪ੍ਰੈਸ ਐਂਟਰੀ ਦੇ ਵਿੱਚ ਪਏਗੀ, ਐਂਡ ਉਸ ਵਿੱਚ 5 ਤੋਂ 6 ਸਾਲ 7 ਸਾਲ ਖਰਾਬ ਹੋਣੇ ਹੁੰਦੇ ਹੀ ਹੁੰਦੇ ਹਨ। ਸੋ ਇਹੀ ਪਹਿਲਾ ਸਟੈਪ ਅਗਰ ਤੁਸੀਂ ਵਿਨੀਪੈਗ ਜਾਓਗੇ ਤਾਂ ਤੁਹਾਨੂੰ ਪਤਾ ਤੁਸੀਂ ਆਫਟਰ 1 ਈਅਰ ਦੀ ਸਟੱਡੀ ਤੁਸੀਂ PR ਹੋ ਸਕਦੇ ਹੋ। MPNP ਪ੍ਰੋਗਰਾਮ ਹੈ, ਉਸ ਵਿੱਚ ਤੁਹਾਡੀ ਐਲੀਜੀਬਿਲਿਟੀ ਬਣ ਸਕਦੀ ਹੈ। ਸੋ ਕੈਨੇਡਾ ਸਟੱਡੀ ਵੀਜ਼ਾ ਅਗਰ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਤਾਂ ਉਸ ਬਾਰੇ ਤੁਹਾਡਾ ਹੋਮਵਰਕ ਹੋਣਾ ਜ਼ਰੂਰੀ ਹੈ। ਹੋਮਵਰਕ ਤੋਂ ਮਤਲਬ ਇੱਦਾਂ ਨਹੀਂ ਵੀ ਤੁਸੀਂ ਵੀਜ਼ਾ ਲੱਗੂ ਜਾਂ ਨਹੀਂ ਲੱਗੂ। ਮੋਸਟਲੀ ਬੱਚਿਆਂ ਦਾ ਕੁਐਸਚਨ ਹੁੰਦਾ ਵੀ ਵੀਜ਼ਾ ਲੱਗ ਜਾਏਗਾ, ਵੀਜ਼ਾ ਤਾਂ ਲੱਗ ਜਾਂਦਾ, ਵੀਜ਼ਾ ਲੱਗਣ ਬਾਅਦ ਦੀ ਜੋ ਲਾਈਫ ਹੈ ਉਹ ਕਿਸ ਤਰੀਕੇ ਨਾਲ ਨਿਕਲਣੀ ਹੈ, ਉਹ ਸਾਰਿਆਂ ਨਾਲੋਂ ਜ਼ਰੂਰੀ ਕੁਐਸਚਨ ਹੋਣਾ ਚਾਹੀਦਾ। ਤੁਹਾਡਾ ਪਹਿਲਾ ਕੁਐਸਚਨ ਹੋਣਾ ਚਾਹੀਦਾ, ਅਗਰ ਮੈਂ ਇਸ ਪ੍ਰੋਵਿੰਸ ਦੇ ਵਿੱਚ ਜਾ ਰਿਹਾ ਤਾਂ ਮੇਰਾ PR ਦਾ ਕੀ ਪ੍ਰੋਗਰਾਮ ਹੈ, ਮੈਂ PR ਕਿਸ ਤਰੀਕੇ ਨਾਲ ਆਊਂਗਾ, ਮੈਨੂੰ ਕਿੰਨੇ ਪੁਆਇੰਟ ਚਾਹੀਦੇ ਹਨ, ਮੇਰੀ IELTS ਦੀ ਰਿਕੁਆਇਰਮੈਂਟ ਕੀ ਹੈ, ਮੇਰੀ ਜੌਬ ਦੀ ਰਿਕੁਆਇਰਮੈਂਟਸ ਕੀ ਹੈ। ਸੋ ਨਾ ਕਿ ਅਸੀਂ ਕੈਨੇਡਾ ਜਾਣਾ, ਕੈਨੇਡਾ ਜਾ ਕੇ ਰਹਿਣਾ ਕਿੱਥੇ ਆ, ਬਸਣਾ ਕਿੱਥੇ ਐਂਡ PR ਕਿਵੇਂ ਹੋਣਾ, ਇਹ ਜ਼ਰੂਰੀ ਕੁਐਸਚਨ ਹਨ। ਧੰਨਵਾਦ।